ਗੁਰਬਚਨ ਭੁੱਲਰ ਦੀ ਕਹਾਣੀ ਹੈ ਦੋ ਜਣੇ। ਬਾਊ ਜੀ ਦੀ ਨੀਂਦ ਅੱਜ ਕੁਝ ਸਵਖਤੇ ਹੀ ਖੁੱਲ੍ਹ ਗਈ ਸੀ। ਉਂਝ ਤਾਂ ਸਵੇਰੇ ਹਰ ਰੋਜ਼ ਹੀ ਉਹਨਾਂ ਨੂੰ ਆਪਣੇ ਸੰਗ 'ਚ ਕੁਝ ਫਸਿਆ ਲੱਗਦਾ ਸੀ, ਪਰ ਅੱਜ ਤਾਂ ਮੂੰਹ ਕੁਝ ਵਧੇਰੇ ਹੀ ਬੇਸੁਆਦਾ ਤੇ ਖਰਾਬ ਹੋਇਆ ਪਿਆ ਸੀ। ਪੇਟ ਵਿੱਚ ਵੀ ਹਵਾ ਭਰੀ ਪਈ ਸੀ। ਸ਼ਾਇਦ ਨੀਂਦ ਪਹਿਲਾਂ ਟੁੱਟਣ ਦਾ ਇੱਕ ਇਹੋ ਕਾਰਨ ਸੀ। ਰਾਤ ਨੂੰਹ ਨੇ ਉਹਨਾਂ ਦੀ ਦਾਲ 'ਚ ਹਿੰਗ ਨਹੀਂ ਪਾਈ ਹੋਏਗੀ। ਅਸਲ 'ਚ ਨੂੰਹ ਨੂੰ ਹਿੰਗ ਦੀ ਖੁਸ਼ਬੂ, ਜਿਹਨੂੰ ਉਹ ਮੁਸ਼ਕ ਕਹਿੰਦੀ ਸੀ, ਪਸੰਦ ਨਹੀਂ ਸੀ, ਤੇ ਹਿੰਗ ਪਾਏ ਬਿਨਾਂ ਕਈ ਚੀਜ਼ਾਂ ਬਾਊ ਜੀ ਨੂੰ ਤੰਗ ਕਰਦੀਆਂ ਸੀ। ਪਤਨੀ ਦੇ ਹੁੰਦਿਆਂ ਉਹਨਾਂ ਨੂੰ ਕਦੀ ਅਜਿਹੀ ਸਮੱਸਿਆ ਨਹੀਂ ਸੀ ਆਈ। ਉਹ ਯਾਦ ਰੱਖਦੀ ਕਿਹੜੀ ਦਾਲ ਭਾਜੀ ਦੇ ਦੁਰਪ੍ਰਭਾਵ ਖਤਮ ਕਰਨ ਲਈ ਉਸ ਵਿੱਚ ਮੇਥੇ ਪਾਉਣੇ ਹਨ, ਕਿਹੜੀ 'ਚ ਹਿੰਗ, ਕਿਹੜੀ 'ਚ ਕੁਝ ਹੋਰ। ਉਹਦੇ ਹੁੰਦਿਆਂ ਉਹਨਾਂ ਨੂੰ ਰਸੋਈ 'ਚ ਜਾਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਰਸੋਈ 'ਚ ਜਾਣਾ ਸ਼ੋਭਦਾ ਨਹੀਂ ਸੀ। ਸਿਆਲ ਦੀ ਰੁੱਤ ਹੋਣ ਕਰਕੇ ਉਹ ਕੋਈ 6 ਵਜੇ ਉੱਠਦੇ ਸੀ, ਪਰ ਅੱਜ ਅਜੇ 5 ਹੀ ਵੱਜੇ ਸੀ। ਉਹਨਾਂ ਨੇ ਵਾਸ਼ ਬੇਸਨ 'ਚ ਮੂੰਹ ਧੋਤਾ, ਕੁਰਲੀਆਂ ਕੀਤੀਆਂ, ਜ਼ੋਰ ਨਾਲ ਖੰਘੂਰ ਕੇ ਸੰਗ ਨੂੰ ਧੁਰ ਅੰਦਰ ਤੱਕ ਸਾਫ਼ ਕਰਨਾ ਚਾਹੁੰਦੇ ਸਨ ਤਾਂ ਜੋ ਖਟਾਸ ਨਿਕਲ ਕੇ ਛਾਤੀ ਕੁਝ ਹੌਲੀ ਹੋ ਜਾਏ, ਪਰ ਸਵਖਤਾ ਹੋਣ ਕਰਕੇ ਉੱਚੀ ਆਵਾਜ਼ ਕੱਢਣੋਂ ਝਿਜਕਦੇ ਸਨ। ਟੱਬਰ 'ਚ ਛੋਟੇ ਵੱਡੇ ਜਿਸ ਕਿਸੇ ਨੂੰ ਵੀ ਜਾਗ ਆ ਗਈ, ਉਹਨੇ ਨੱਕ ਚਾੜ੍ਹਨਾ ਸੀ ਤੇ ਕੁੜ-ਕੁੜ ਕਰਨੀ ਸੀ। ਉਹਨਾਂ ਨੇ ਸੰਤੁਸ਼ਟੀ ਤੋਂ ਬਿਨਾਂ ਹੀ ਮੂੰਹ ਪੂੰਝ ਲਿਆ। ਉਹ ਵਾਸ਼ ਬੇਸਨ ਕੋਲੋਂ ਮੁੜੇ ਤਾਂ ਪਿੱਛੇ ਮੋਤੀ ਖੜਾ ਪੂਛ ਹਿਲਾ ਰਿਹਾ ਸੀ। ਪੈਰ ਉਸ ਵਿੱਚ ਉਲਝਦੇ ਬਚੇ। ਤੇਰੀ ਵੀ ਨੀਂਦ ਅੱਜ ਸਵਖਤੇ ਹੀ ਖੁੱਲ੍ਹ ਗਈ, ਉਹ ਸੁਭਾਵਕ ਆਵਾਜ਼ 'ਚ ਆਖ ਬੈਠੇ। ਅਚਾਨਕ ਉਹਨਾਂ ਨੂੰ ਮਹਿਸੂਸ ਹੋਇਆ ਉਹਨਾਂ ਦੀ ਸੁਭਾਵਕ ਆਵਾਜ਼ ਵੀ ਚੁਫੇਰੇ ਦੀ ਚੁੱਪ ਕਾਰਨ ਕੁਝ ਵਧੇਰੇ ਹੀ ਉੱਚੀ ਸੀ। ਉਹ ਮੋਤੀ ਦੇ ਕੋਲ ਬੈਠ ਕੇ ਤੇ ਦੱਬਵੀਂ ਆਵਾਜ਼ 'ਚ ਦੁਹਰਾਇਆ, ਤੇਰੀ ਵੀ ਨੀਂਦ ਅੱਜ ਸਵਖਤੇ ਹੀ ਖੁੱਲ੍ਹ ਗਈ। ਕਿਤੇ ਤੇਰੇ ਪੇਟ ਵਿੱਚ ਵੀ ਹਵਾ ਤਾਂ ਨਹੀਂ ਭਰ ਗਈ? ਮੋਤੀ ਨੇ ਜ਼ੋਰ-ਜ਼ੋਰ ਦੀ ਪੂਛ ਹਿਲਾਈ, ਮੂੰਹ ਭਰੀਆਂ ਅੱਖਾਂ ਨਾਲ ਦੇਖਿਆ ਤੇ ਆਊ ਕਿਹਾ, ਜਿਵੇਂ ਉਹਨਾਂ ਦੀ ਗੱਲ ਦਾ ਉੱਤਰ ਦੇ ਰਿਹਾ ਹੋਵੇ। ਆ ਜਾ ਮੇਰੇ ਮੋਤੀ ਰਾਜਾ, ਬਾਊ ਜੀ ਨੇ ਹੌਲੀ ਜਿਹੇ ਕਿਹਾ। ਚੱਲ ਆਪਣੇ ਕਮਰੇ 'ਚ। ਤੇ ਉਹ ਆਪਣੇ ਕਮਰੇ ਵੱਲ ਤੁਰ ਪਏ। ਮਕਾਨ ਬਣਾਉਣ ਵੇਲੇ ਇਹ ਕਮਰਾ ਸਟੋਰ ਸੀ। ਘਰ 'ਚ ਜੋ ਚੀਜ਼ ਵਾਧੂ ਹੋ ਜਾਂਦੀ ਉਸ 'ਚ ਸੁੱਟ ਦਿੱਤੀ ਜਾਂਦੀ। ਚੂਲਾ, ਟੁੱਟੀਆਂ ਵਾਲੀ ਮੰਜੀ, 3 ਟੰਗੀ ਕੁਰਸੀ, ਉਖੜਿਆ ਹੋਇਆ ਸਟੂਲ, ਕਦੀ ਵੀ ਵਰਤੋਂ 'ਚ ਨਾ ਆਉਣ ਵਾਲੇ ਬੇਲੋੜੇ ਕੱਪੜਿਆਂ ਤੇ ਵਾਧੂ ਨਿੱਕ ਸੁੱਕ ਨਾਲ ਭਰੇ ਪਏ 2-3 ਛੋਟੇ ਵੱਡੇ ਟਰੰਕ ਤੇ ਕੁਝ ਪੀਪੇ, ਡੱਬੇ। ਉਸ ਸਮੇਂ ਬਾਊ ਜੀ ਦੇ ਕਮਰੇ ਤੋਂ ਇਲਾਵਾ ਇੱਕ ਕਮਰਾ ਪੁੱਤਰ ਨੂੰਹ ਦਾ ਸੀ ਤੇ ਇੱਕ ਹੋਰ ਪੋਤੇ ਪੋਤੀ ਦਾ। ਕੁਝ ਸਮੇਂ ਤੋਂ ਪੋਤੇ ਪੋਤੀ ਨੇ ਵੱਖਰੇ ਕਮਰਿਆਂ 'ਚ ਰੌਲਾ ਪਾਉਣਾ ਸ਼ੁਰੂ ਕਰਤਾ ਸੀ। ਇੱਕੋ ਕਮਰੇ 'ਚ ਰਹਿੰਦਿਆਂ ਛੋਟੀਆਂ ਗੱਲਾਂ ਕਰਨ ਝਗੜ ਪੈਂਦੇ, ਇੱਕ ਦੂਜੇ ਨੂੰ ਗਾਲੀ ਗਲੌਚ ਕਰਦੇ, ਇੱਕ ਦੂਜੇ ਵੱਲ ਸਿਰਹਾਣੇ ਗੱਦੀਆਂ ਵਗਾਉਂਦੇ, ਇੱਕ ਦੂਜੇ ਦੇ ਮਾਰ ਕਿਤਾਬਾਂ ਦੀਆਂ ਜਿਲਦਾਂ 'ਚ ਤੋੜਦੇ, ਫਿਰ ਗੁੱਥਮ-ਗੁੱਥਾ ਹੋ ਜਾਂਦੇ। ਬਾਊ ਜੀ ਨੂੰ ਆਪਣਾ ਬਚਪਨ ਯਾਦ ਆਉਂਦਾ, ਜਦੋਂ ਸਾਰਾ ਟੱਬਰ ਸਿਆਲਾਂ 'ਚ ਇੱਕੋ ਸਬਾਤ 'ਚ ਸੌਂਦਾ ਸੀ ਤੇ ਇਕੱਲਿਆਂ ਸੌਣਾ ਮੁਸੀਬਤ ਲੱਗਦਾ ਸੀ। ਉਹ ਕੁਝ ਕਹਿਣਾ ਚਾਹੁੰਦੇ, ਪਰ ਪੁਰਾਣੇ ਜ਼ਮਾਨੇ ਦੀਆਂ ਬੇਤੁਕੀਆਂ ਗੱਲਾਂ ਸੁਣਨ ਲਈ ਹੁਣ ਕੋਈ ਤਿਆਰ ਨਹੀਂ ਸੀ। ਉਹ ਚੁੱਪ ਰਹਿਣ 'ਚ ਹੀ ਸਿਆਣਪ ਸਮਝਦੇ। ਨੂੰਹ ਪੁੱਤਰ ਨੂੰ ਵੱਡੇ ਹੋ ਰਹੇ ਬੱਚਿਆਂ ਦੀ ਸਮੱਸਿਆ ਤਾਂ ਹੱਲ ਕਰਨੀ ਪੈਣੀ ਸੀ, ਤੇ ਸਭ ਤੋਂ ਸੌਖਾ ਹੱਲ ਇਹ ਸੀ ਕਿ ਸਟੋਰ ਦੇ ਟਰੰਕ ਪੀਪੇ ਲੋਫਟ ਵਿੱਚ ਚਾੜ੍ਹ ਦਿੱਤੇ ਗਏ। ਬਾਊ ਜੀ ਸਟੋਰ 'ਚ ਪਹੁੰਚਾ ਦਿੱਤੇ ਗਏ ਤੇ ਪੋਤਾ ਬਾਊ ਜੀ ਵਾਲੇ ਕਮਰੇ 'ਚ ਪਹੁੰਚ ਗਿਆ। ਪੋਤਾ ਖੁਸ਼ ਸੀ, ਪੋਤੀ ਖੁਸ਼ ਸੀ, ਤੇ ਉਹਨਾਂ ਦੀ ਖੁਸ਼ੀ ਸਦਕਾ ਨੂੰਹ ਪੁੱਤਰ ਵੀ ਖੁਸ਼ ਸਨ। ਬਾਊ ਜੀ ਨੂੰ ਖੁਸ਼ੀ ਗਮੀ ਤੋਂ ਨਿਰਲੇਪ ਸਮਝਿਆ ਜਾਂਦਾ ਸੀ। ਉਹ ਨਿਰਲੇਪ ਸਨ ਜਾਂ ਨਹੀਂ, ਇਹ ਸਮਝਣ ਦੀ ਨਾ ਕਿਸੇ ਨੂੰ ਲੋੜ ਸੀ, ਨਾ ਵੇਲ। ਬਾਊ ਜੀ ਸਟੋਰ 'ਚ ਪਹੁੰਚੇ ਤਾਂ ਮੋਤੀ ਆਪੇ ਹੀ ਉੱਥੇ ਪਹੁੰਚ ਗਿਆ। ਅਸਲ 'ਚ ਬਾਕੀ ਸਭ ਦੇ ਕਮਰਿਆਂ ਦੇ ਬੂਹੇ ਦਿਨ ਨੂੰ ਪਰਦਿਆਂ ਨਾਲ ਕੱਜੇ ਰਹਿੰਦੇ ਤੇ ਰਾਤ ਨੂੰ ਉਂਝ ਬੰਦ ਰਹਿੰਦੇ। ਬਸ ਇੱਕ ਬਾਊ ਜੀ ਦਾ ਬੂਹਾ ਹੀ ਸਦਾ ਖੁੱਲ੍ਹਾ ਰਹਿੰਦਾ ਤੇ ਮੋਤੀ ਨੂੰ ਬੰਦ ਬੂਹਿਆਂ ਦੀ ਨਹੀਂ, ਖੁੱਲ੍ਹੇ ਬੂਹੇ ਦੀ ਲੋੜ ਸੀ। ਉਂਝ ਵੀ ਮੋਤੀ ਦਾ ਬਹੁਤਾ ਨਾਤਾ ਹੁਣ ਬਾਊ ਜੀ ਨਾਲ ਹੀ ਸੀ। ਜਦੋਂ ਆਂਢ ਗੁਆਂਢ ਦੀ ਰੀਸੋ ਰੀਸੀ ਮੋਤੀ ਨੂੰ ਇੱਕ ਸਟੇਟਸ ਸਿੰਬਲ ਵਜੋਂ ਲਿਆਂਦਾ ਗਿਆ ਸੀ। ਬਾਊ ਜੀ ਤੋਂ ਬਿਨਾਂ ਸਭ ਨੂੰ ਬਹੁਤ ਚਾਅ ਚੜ੍ਹਿਆ ਸੀ। ਬਾਊ ਜੀ ਸੋਚਦੇ ਸੀ, ਇੱਥੇ ਕੀ ਕੁੱਤੇ ਤੋਂ ਮਾਲ ਡੰਗਰ ਜਾਂ ਖੇਤਾਂ ਦੀ ਰਾਖੀ ਕਰਾਉਣੀ ਹੈ। ਨਾਲੇ ਕੁੱਤਾ ਪਾਲਣ ਨਾਲੋਂ ਤਾਂ ਬੰਦਾ ਕਿਸੇ ਬੰਦੇ ਦੇ ਪੁੱਤਰ ਧੀ ਨੂੰ ਪਾਲ ਲਵੇ। ਸਟੇਟਸ ਸਿੰਬਲ ਦੀ ਮਹੱਤਤਾ ਨੂੰ ਉਹ ਨਹੀਂ ਸੀ ਸਮਝਦੇ, ਪਰ ਬਾਕੀ ਸਾਰਾ ਟੱਬਰ ਸਮਝਦਾ ਸੀ। ਇਸੇ ਕਰਕੇ ਇਹਨੂੰ ਗੋਦੀ 'ਚ ਲੈ ਤਸਵੀਰਾਂ ਖਿਚਵਾਈਆਂ ਗਈਆਂ। ਇਹਦੇ ਲਈ ਮਹਿੰਗਾ ਪਟਾ ਖਰੀਦਿਆ ਗਿਆ, ਵਧੀਆ ਰੱਸੀ ਲਿਆਂਦੀ ਗਈ, ਇਹਨੂੰ ਲਾਡ ਲਡਾਏ ਗਏ। ਪਰ ਲਾਡ ਪਿਆਰ ਤੋਂ ਇਲਾਵਾ ਮੋਤੀ ਨੂੰ ਟੱਟੀ ਪਿਸ਼ਾਬ ਵੀ ਕਰਾਉਣਾ ਪੈਂਦਾ ਸੀ, ਨੁਹਾਉਣਾ ਧੋਣਾ ਵੀ ਪੈਂਦਾ ਸੀ, ਬਾਹਰ ਘੁਮਾਉਣ ਵੀ ਲਿਜਾਣਾ ਪੈਂਦਾ ਸੀ। ਇਹ ਕੰਮ ਗੰਦੇ ਵੀ ਸੀ ਤੇ ਝੰਜਟੀ ਵੀ। ਅਜਿਹੇ ਕੰਮ ਤਾਂ ਘਰ 'ਚ ਬਾਊ ਜੀ ਹੀ ਕਰ ਸਕਦੇ ਸੀ। ਸੋ ਹੌਲੀ ਸਭ ਦਾ ਚਾਅ ਲੈਂਦਾ ਗਿਆ ਤੇ ਘਰ 'ਚ ਮੋਤੀ ਇੱਕ ਸਧਾਰਨ ਪਾਲਤੂ ਕੁੱਤਾ ਬਣ ਕੇ ਰਹਿ ਗਿਆ।
ਹੌਲੀ ਹੌਲੀ ਮੋਤੀ ਬਾਊ ਜੀ ਨਾਲ ਜੁੜਦਾ ਗਿਆ ਤੇ ਬਾਊ ਜੀ ਮੋਤੀ ਨਾਲ ਜੁੜਦੇ ਗਏ। ਆ ਜਾ ਮੇਰਾ ਮੋਤੀ ਰਾਜਾ, ਚੱਲ ਆਪਣੇ ਕਮਰੇ 'ਚ, ਆਖ ਕੇ ਬਾਊ ਜੀ ਉੱਥੋਂ ਤੁਰੇ ਤਾਂ ਆਊ ਆਖ ਕੇ ਉਹਨਾਂ ਦੀਆਂ ਲੱਤਾਂ 'ਚ ਖਹਿੰਦਾ ਮੋਤੀ ਵੀ ਤੁਰ ਪਿਆ। ਪੁੱਤਰ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਿਆ। ਬਾਥਰੂਮ ਵੱਲ ਜਾਂਦਿਆਂ ਉਹਨੇ ਆਪਣੀ ਅਕਾਰਨ ਖਿਝ ਬਾਊ ਜੀ ਦੀ ਪਿੱਠ 'ਤੇ ਵਗਾਹ ਮਾਰੀ। ਅੱਜ ਮਿੱਤਰ ਮੰਡਲੀ ਅੱਧੀ ਰਾਤ ਹੀ ਜਾਗ ਪਈ। ਬਾਊ ਜੀ ਦੀ ਨਜ਼ਰ ਸੁਭਾਵਕ ਹੀ ਸ਼ੀਸ਼ੇ ਦੇ ਰੋਸ਼ਨਦਾਨ ਵੱਲ ਚਲੀ ਗਈ, ਜਿਸ ਵਿੱਚੋਂ ਦੀ ਹਨੇਰਾ ਪੇਤਲਾ ਪੈ ਕੇ ਨਿੰਮੇ ਨਿੰਮੇ ਚਾਨਣ 'ਚ ਵੱਟਦਾ ਦਿਖਾਈ ਦੇ ਰਿਹਾ ਸੀ। ਦਿਲ ਕੀਤਾ ਪੁੱਤਰ ਨੂੰ ਦੱਸਣ ਕਿ ਇਸ ਸਮੇਂ ਨੂੰ ਅੱਧੀ ਰਾਤ ਨਹੀਂ, ਅੰਮ੍ਰਿਤ ਵੇਲਾ ਆਖਦੇ ਹੈ, ਪਰ ਕੁਝ ਵੀ ਬੋਲੇ ਬਿਨਾਂ ਆਪਣੇ ਕਮਰੇ 'ਚ ਚਲੇ ਗਏ। ਮੋਤੀ ਨੇ ਖੂੰਜੇ 'ਚੋਂ ਪਹਿਲਾਂ ਆਪਣੀ ਝੱਗੀ ਮੂੰਹ ਨਾਲ ਚੱਕ ਕੇ ਉਹਨਾਂ ਅੱਗੇ ਲਿਆ ਰੱਖੀ, ਫਿਰ ਆਪਣੀ ਰੱਸੀ। ਪੁੱਤਰ ਨੇ ਆਪਣੇ ਕਮਰੇ ਦਾ ਬੂਹਾ ਬੰਦ ਕਰ ਲਿਆ। ਬਾਊ ਜੀ ਨੇ ਘਰ ਨੂੰ ਬਾਹਰੋਂ ਜੰਦਰਾ ਮਾਰਿਆ, ਚਾਬੀ ਖੀਸੇ 'ਚ ਪਾ ਕੇ ਇੱਕ ਹੱਥ 'ਚ ਮੋਤੀ ਦੀ ਰੱਸੀ, ਦੂਜੇ 'ਚ ਖੂੰਡੀ ਫੜ ਕੇ ਬਾਹਰ ਵੱਲ ਤੁਰ ਪਏ। ਹਰ ਰੋਜ਼ ਜਿੰਨੀ ਲੋ ਤਾਂ ਨਹੀਂ ਸੀ ਹੋਈ, ਪਰ ਹਨੇਰਾ ਵੀ ਬਹੁਤਾ ਗਾੜਾ ਨਹੀਂ ਸੀ ਰਹਿ ਗਿਆ। ਬਾਹਰਲੀ ਵੱਡੀ ਸੜਕ 'ਤੇ ਇੱਕ ਪਾਸੇ ਖਲੋ ਕੇ ਬਾਊ ਜੀ ਨੇ ਮੁਕਤ ਕੰਠ ਤੇ ਮੁਕਤ ਮਨ ਨਾਲ ਖੰਗੂਰੇ ਮਾਰੇ ਤੇ ਮੋਤੀ ਦੀ ਰੱਸੀ ਢਿੱਲੀ ਛੱਡ ਦਿੱਤੀ। ਉਹ ਬਾਊ ਜੀ ਤੋਂ ਥੋੜ੍ਹੀ ਦੂਰ ਖਲੋ ਕੇ ਧਰਤੀ ਸੁੰਘਣ ਲੱਗ ਪਿਆ। ਉਹ ਸੜਕ ਦੇ ਕਿਨਾਰੇ ਕਿਨਾਰੇ ਵੱਡੇ ਗੋਲ ਚੱਕਰ ਤੱਕ ਹੋ ਕੇ ਪਰਤੇ ਤਾਂ ਰਬੜ ਦੇ ਛੱਲੇ 'ਚ ਪੂਣੀ ਕੀਤਾ ਹੋਇਆ ਅਖਬਾਰ ਵਿਹੜੇ 'ਚ ਪਿਆ ਸੀ। ਮੋਤੀ ਨੇ ਅਖਬਾਰ ਮੂੰਹ 'ਚ ਚੁੱਕ ਲਿਆ। ਬਾਊ ਜੀ ਨੇ ਬੂਹਾ ਖੋਲ੍ਹਿਆ। ਅੰਦਰ ਸਾਰੇ ਜਾਗ ਚੁੱਕੇ ਸੀ। ਨੂੰਹ ਤੇ ਪੁੱਤਰ ਨੇ ਆਪਣੇ ਆਪਣੇ ਦਫ਼ਤਰੇ ਜਾਣਾ ਸੀ, ਪੋਤੇ ਪੋਤੀ ਨੇ ਸਕੂਲ। ਬਾਊ ਜੀ ਮੋਤੀ ਤੋਂ ਅਖਬਾਰ ਲੈ ਕੇ ਉਹਦੀ ਰਬੜ ਉਤਾਰਨ ਲੱਗੇ। ਨੂੰਹ ਬੋਲੀ, ਬਾਊ ਜੀ ਬ੍ਰੈਡ ਲਿਆ ਦਿਓ, ਪੈਸੇ ਮੇਜ਼ 'ਤੇ ਰੱਖੇ ਨੇ। ਉਹਨਾਂ ਨੇ ਅਖਬਾਰ ਰੱਖ ਕੇ ਪੈਸੇ ਚੁੱਕ ਲਏ ਤੇ ਪੁੱਛਿਆ, ਕੁਝ ਹੋਰ ਤਾਂ ਨਹੀਂ ਲਿਆਉਣਾ? ਨਹੀਂ, ਹੋਰ ਕੁਛ ਨਹੀਂ ਲਿਆਉਣਾ, ਬਸ ਬ੍ਰੈਡ ਛੇਤੀ ਲਿਆ ਦਿਓ। ਤੇ ਫਿਰ ਪਤਾ ਨਹੀਂ ਸੁਣਾ ਕੇ ਜਾਂ ਛੁਪਾ ਕੇ ਬੋਲੀ, ਉੱਥੇ ਹੀ ਕਿਸੇ ਨਾਲ ਗੱਲਾਂ ਮਾਰਨ ਨਾ ਲੱਗ ਜਾਇਓ। ਮੋਤੀ ਜਾਣਦਾ ਸੀ ਬਾਊ ਜੀ ਉਹਨੂੰ ਮਾਰਕੀਟ ਨਹੀਂ ਲਿਜਾਣਗੇ। ਉਹਨੇ ਨਾਲ ਜਾਣ ਦੀ ਕੋਈ ਇੱਛਾ ਨਾ ਦਰਸਾਈ, ਪਰ ਉਹ ਰੋਜ਼ ਸਵੇਰੇ ਘਰ 'ਚ ਹੁੰਦੇ ਕੁੱਤਪੁਣੇ ਤੋਂ ਵੀ ਭਲੀ ਭਾਂਤੀ ਜਾਣੂ ਸੀ ਤੇ ਅੱਕਿਆ ਪਿਆ ਸੀ। ਬਾਊ ਜੀ ਮਾਰਕੀਟ ਵੱਲ ਤੁਰੇ ਤਾਂ ਉਹ ਸਭ ਕਾਸੇ ਤੋਂ ਦੂਰ ਕਮਰੇ 'ਚ ਉਹਨਾਂ ਦੀ ਮੰਜੀ ਹੇਠ ਗੁੱਛਾ ਮੁੱਛਾ ਹੋ ਕੇ ਪੈ ਗਿਆ। ਬਾਊ ਜੀ ਨੇ ਬ੍ਰੈਡ ਤੇ ਬਾਕੀ ਪੈਸੇ ਮੇਜ਼ 'ਤੇ ਰੱਖ ਦਿੱਤੇ। ਅਜੇ ਉਹਨਾਂ ਦਾ ਹੱਥ ਅਖਬਾਰ ਤੱਕ ਪੁੱਜਿਆ ਵੀ ਨਹੀਂ ਸੀ ਕਿ ਨੂੰਹ ਨੇ ਕਾਹਲੀ ਨਾਲ ਦੱਸਿਆ, ਤੁਹਾਡੇ ਜਾਣ ਪਿੱਛੋਂ ਦੇਖਿਆ ਆਂਡੇ ਵੀ ਥੋੜ੍ਹੇ ਨੇ। ਉਹਨਾਂ ਨੇ ਪੈਸੇ ਵਾਪਸ ਚੁੱਕੇ, ਸੁੱਤੇ ਸਿੱਧੀ ਪੁੱਛਿਆ, ਕੁਝ ਹੋਰ ਤਾਂ ਨਹੀਂ ਲਿਆਉਣਾ ਬੇਟੀ? ਭਾਵੇਂ ਬਾਊ ਜੀ ਦਾ ਇਰਾਦਾ ਚੋਭ ਲਾਉਣ ਦਾ ਨਹੀਂ, ਲਿਆਉਣ ਵਾਲੀ ਕੋਈ ਹੋਰ ਚੀਜ਼ ਯਾਦ ਕਰਾਉਣ ਦਾ ਸੀ, ਤਾਂ ਵੀ ਗੱਲ ਨੂੰਹ ਨੂੰ ਚੁੱਭ ਗਈ। ਉਹ ਖਿੱਝ ਕੇ ਬੋਲੀ, ਜੇ ਹੋਰ ਕੁਝ ਰਹਿ ਵੀ ਗਿਆ ਡਰੋ ਨਾ, ਤੁਹਾਨੂੰ ਤੀਜੇ ਚੱਕਰ ਨਹੀਂ ਭੇਜਦੀ, ਤੁਸੀਂ ਮੌਜ ਨਾਲ ਆਰਾਮ ਕੁਰਸੀ 'ਤੇ ਬੈਠੇ ਰਹਿਣਾ। ਵਾਸ਼ ਬੇਸਨ ਕੋਲ ਬਰਸ਼ ਕਰ ਰਿਹਾ ਪੁੱਤਰ ਬੋਲਿਆ, ਬਾਊ ਜੀ ਮਾਰਕੀਟ ਬਹੁਤੀ ਦੂਰ ਤਾਂ ਹੈ ਨਹੀਂ। ਤੇ ਫਿਰ ਉਹਨੇ ਆਪਣੀ ਪਤਨੀ ਵੱਲ ਮੂੰਹ ਕੀਤਾ, ਤੂੰ ਵੀ ਸਾਰੀਆਂ ਚੀਜ਼ਾਂ ਇੱਕੋ ਵਾਰ ਕਿਉਂ ਨਹੀਂ ਦੱਸ ਦਿੰਦੀ? ਬਾਊ ਜੀ ਅੰਦਰ ਹੀ ਅੰਦਰ ਹੱਸੇ। ਇਹਨੂੰ ਕਹਿੰਦੇ ਨੇ ਸੱਚਾ ਤਾਂ ਤਾਇਆ ਬਿਸ਼ਨ ਸਿਉਂ ਵੀ ਹੈ, ਪਰ ਝੂਠੀ ਚਾਚੀ ਕਿਸ਼ਨੋਂ ਵੀ ਨਹੀਂ। ਤੇ ਉਹਨਾਂ ਨੇ ਮੁਸਕਰਾ ਕੇ ਤੁਰਦਾ ਦੇਖ ਨੂੰਹ ਪਿੱਠ ਪਿੱਛੇ ਬੜਬੜਾਈ, ਹੱਦ ਹੋ ਗਈ ਇਹਨਾਂ ਵਾਲੀ ਵੀ। ਸਵੇਰੇ ਸਵੇਰੇ ਸੈਰ ਦੇ ਬਹਾਨੇ ਘਰੋਂ ਬਾਹਰ ਰਹਿਣ ਲਈ ਭਾਵੇਂ 10 ਮੀਲ ਤੁਰੇ ਜਾਣ, ਪਰ ਆ ਮਾਰਕੀਟ ਦਾ ਦੂਜਾ ਚੱਕਰ ਨਾ ਲਾਉਣਾ ਪਵੇ। 3 ਵੇਲੇ ਅੰਨ ਖਾਂਦੇ ਬੰਦੇ ਨੂੰ ਇੰਨੀ ਕੰਮ ਚੋਰੀ ਤੇ ਹੱਡ ਰੱਖਣੀ ਵੀ ਕੀ ਕਹਿ। ਤੇ ਜਦੋਂ ਬਾਊ ਜੀ ਅੰਡੇ ਲੈਣ ਗਏ ਸਨ, ਪੋਤਾ ਪੋਤੀ ਮੂੰਹ ਹੱਥ ਧੋਣ ਲਈ ਗੁਸਲਖਾਨੇ ਦੀ ਵਾਰੀ ਪਿੱਛੇ ਲੜ ਰਹੇ ਸਨ। ਜਦੋਂ ਆਂਡੇ ਲੈ ਕੇ ਪਰਤੇ, ਉਹਨਾਂ ਨੇ ਇੱਕ ਬਾਲ ਪੈਨ ਪਿੱਛੇ ਯੁੱਧ ਛੇੜਿਆ ਹੋਇਆ ਸੀ, ਜਿਹਨੂੰ ਦੋਵੇਂ ਮੇਰਾ ਮੇਰਾ ਕਹਿ ਰਹੇ ਸਨ। ਪੁੱਤਰ ਇੱਕ ਜੁਰਾਬ ਹੱਥ 'ਚ ਫੜ ਕੇ ਬੇਚੈਨ ਭੱਜਿਆ ਫਿਰਦਾ ਸੀ। ਉਹਦੇ ਨਾਲ ਦੀ ਦੂਜੀ ਜੁਰਾਬ ਉਹਨੂੰ ਮਿਲ ਨਹੀਂ ਸੀ ਰਹੀ। ਨੂੰਹ ਰਸੋਈ ਚੱਕੀ ਹੋਈ ਭਾਂਡੇ ਭੰਨ ਰਹੀ ਸੀ ਤੇ ਕੰਮ ਨਿਬੜ ਨਹੀਂ ਸੀ ਰਿਹਾ, ਤੇ ਕੰਮ ਨਿਬੇੜ ਕੇ ਉਹਨੇ ਆਪਣੇ ਦਫ਼ਤਰ ਜਾਣਾ ਸੀ। ਬਾਊ ਜੀ ਦਾ ਦਿਲ ਕੀਤਾ ਕਹਿਣ, ਜੇ ਸਾਰੇ ਜਣੇ ਰਾਤ ਨੂੰ ਹੋ ਸਕਣ ਵਾਲੇ ਕੰਮ ਸੌਣ ਤੋਂ ਪਹਿਲਾਂ ਕਰ ਲਿਆ ਕਰਨ ਤਾਂ ਸਵੇਰੇ ਸਵੇਰੇ ਘਰ ਤਣਾਅ ਖੇਤਰ ਨਾ ਬਣੇ। ਬੱਚੇ ਹੋਮਵਰਕ ਕਰਕੇ ਆਪਣੇ ਸਕੂਲ ਬੈਗ ਬੰਦ ਕਰ ਸਕਦੇ ਸੀ। ਬੱਚਿਆਂ ਦਾ ਪਿਓ ਸਵੇਰੇ ਪਾਉਣ ਵਾਲੇ ਆਪਣੇ ਕੱਪੜੇ ਇੱਕ ਥਾਂ ਰੱਖ ਸਕਦਾ ਸੀ। ਬੱਚਿਆਂ ਨੂੰ ਵੀ ਵਰਦੀਆਂ ਤਿਆਰ ਕਰਕੇ ਰੱਖ ਦੇਣ ਦੀ ਆਦਤ ਪਾ ਸਕਦਾ ਸੀ। ਬੱਚਿਆਂ ਦੀ ਮਾਂ ਸਵੇਰੇ ਲੋੜੀਂਦੀਆਂ ਚੀਜ਼ਾਂ ਸ਼ਾਮ ਨੂੰ ਮੰਗਵਾ ਸਕਦੀ ਸੀ ਤੇ ਆਟਾ ਗੁੰਨਣ ਤੇ ਸਬਜ਼ੀ ਕੱਟਣ ਵਰਗੇ ਕੰਮ ਨਿਬੇੜ ਕੇ ਸੌਂ ਸਕਦੀ ਸੀ। ਤੇ ਜਾਂ ਉਹ ਸਾਰੇ ਸਿਰਫ ਅੱਧਾ ਘੰਟਾ ਪਹਿਲਾਂ ਜਾਗ ਪਿਆ ਕਰਨ, ਤਾਂ ਵੀ ਇੰਨੀ ਭੱਜ ਦੌੜ ਦੀ ਲੋੜ ਨਾ ਪਵੇ। ਪੋਤੇ ਪੋਤੀ ਨੂੰ ਵੱਖ-ਵੱਖ ਰੰਗਾਂ ਦੇ ਬਾਲ ਪੈਨ ਲੈਣ ਦੀ ਸਲਾਹ ਵੀ ਦੇਣਾ ਚਾਹੁੰਦੇ ਸੀ, ਤਾਂ ਜੋ ਇੱਕੋ ਰੰਗ ਦੇ ਪੈਨਾਂ ਕਾਰਨ ਇੱਕ ਪੈਨ ਪਿੱਛੇ ਪੈਂਦੇ ਝਗੜੇ ਦੀ ਸੰਭਾਵਨਾ ਨਾ ਰਹੇ। ਪਰ ਉਹਨਾਂ ਦੀ ਸਲਾਹ ਦੀ ਕਿਸੇ ਨੂੰ ਲੋੜ ਨਹੀਂ ਸੀ, ਤੇ ਅਣਮੰਗੀ ਸਲਾਹ ਉਧੇੜ ਵੀ ਕਿਉਂ। ਅਖਬਾਰ ਮੇਜ਼ ਉੱਤੇ ਖਿੰਡਿਆ ਪਿਆ ਸੀ। ਸਪਸ਼ਟ ਸੀ ਇਹ ਬਾਕੀ ਸਾਰਿਆਂ ਨੇ ਪੜ੍ਹ ਲਿਆ ਸੀ। ਪੁੱਤਰ ਨੇ ਕਿਸੇ ਸਮਾਚਾਰੀ ਪਟਾਕੇ ਦਾ ਪੈਣਾ ਜਾਂ ਨਾ ਪੈਣਾ ਜਾਣਨ ਲਈ ਭੱਜ ਭਜਾਈ ਵਿੱਚ ਹੀ ਮੋਟੀ ਸੁਰਖੀ 'ਤੇ ਨਜ਼ਰ ਮਾਰ ਲਈ ਸੀ।
ਪੋਤਰੇ ਨੇ ਕ੍ਰਿਕਟ ਮੈਚ ਬਾਰੇ ਜਾਣ ਲਿਆ ਸੀ। ਪੋਤੀ ਨੇ ਵਿਸ਼ਵ ਸੁੰਦਰੀ ਵਾਲੀ ਖਬਰ ਪੜ੍ਹ ਲਈ ਸੀ। ਨੂੰਹ ਲਈ ਅੱਜ ਦੇ ਅਖਬਾਰ ਦਾ ਕੋਈ ਮਹੱਤਵ ਨਹੀਂ ਸੀ। ਉਹ ਇਹਦਾ ਮੁੱਲ ਭਲਕੇ ਪਾਏਗੀ ਜਦੋਂ ਵਰਕੇ ਪਾੜ ਕੇ ਨਾਸ਼ਤਾ ਤੇ ਲੰਚ ਵਲੇਟਣੇ ਹੋਣਗੇ। ਬਾਊ ਜੀ ਅਖਬਾਰ ਦੇ ਪੰਨੇ ਤਰਤੀਬਵਾਰ ਕੀਤੇ ਤੇ ਨਵੇਂ ਪਏ ਭੰਨ ਮਿਟਾ ਕੇ ਮੂਲ ਤਹਿਆਂ ਠੀਕ ਕੀਤੀਆਂ। ਨੂੰਹ ਨੇ ਕੁਝ ਬੋਲੇ ਬਿਨਾਂ ਚਾਹ ਦੀ ਪਿਆਲੀ ਮੇਜ਼ ਤੇ ਰੱਖ ਦਿੱਤੀ। ਉਹ ਬਰਾਂਡੇ 'ਚ ਪਈ ਆਰਾਮ ਕੁਰਸੀ ਤੇ ਬੈਠ ਕੇ ਚਾਹ ਦੀਆਂ ਘੁੱਟਾਂ ਵੀ ਭਰਨ ਲੱਗੇ ਤੇ ਖਬਰਾਂ ਵੀ ਪੜ੍ਹਨ ਲੱਗੇ। ਮੋਤੀ ਅਛੋਪਲੇ ਉਹਨਾਂ ਦੀ ਮੰਜੀ ਹੇਠੋਂ ਉੱਠਿਆ ਤੇ ਉਹਨਾਂ ਦੇ ਪੈਰਾਂ 'ਚ ਬੁੱਥੀ ਟਿਕਾ ਕੇ ਪੈ ਗਿਆ। ਮੋਹ ਦੀ ਇੱਕ ਤਰੰਗ ਜਿਹੀ ਪੈਰਾਂ 'ਚੋਂ ਤੁਰ ਕੇ ਬਾਊ ਜੀ ਦੇ ਦਿਲ ਵੱਲ ਗਈ ਤੇ ਦਿਲ ਤੋਂ ਹੱਥਾਂ ਵੱਲ। ਉਹਨਾਂ ਨੇ ਅਖਬਾਰ ਤੈਅ ਕਰਕੇ ਫਰਸ਼ ਤੇ ਰੱਖ ਦਿੱਤਾ ਤੇ ਇੱਕ ਹੱਥ ਵਿੱਚ ਪਿਆਲੀ ਸੰਭਾਲ ਕੇ ਦੂਜੇ ਹੱਥ ਨਾਲ ਮੋਤੀ ਨੂੰ ਪਲੋਸਣ ਲੱਗੇ। ਉਹਨਾਂ ਦੇ ਅੰਦਰੋਂ ਜਿਵੇਂ ਲੋਰੀਆਂ ਫੁੱਟ ਤੁਰੀਆਂ, ਚਾਹ ਪੀਣੀ ਹੈ ਮੇਰੇ ਮੋਤੀ ਰਾਜੇ ਨੇ, ਮੇਰੇ ਗੋਗੜੀ ਮੋਗੜੀ ਨੇ। ਮੋਤੀ ਨੇ ਆਊ ਆਖਿਆ ਤਾਂ ਉਹ ਬੋਲੇ, ਨਾ ਤੂੰ ਚਾਹ ਨਹੀਂ ਪੀਣੀ, ਬੁੱਲੀਆਂ ਮੱਚ ਜਾਣਗੀਆਂ ਮੇਰੇ ਸੋਹਣੇ ਮੋਹਣੇ ਦੀਆਂ, ਨਾਲੇ ਚੰਗੇ ਬੱਚੇ ਚਾਹ ਨਹੀਂ ਪੀਂਦੇ। ਮੋਤੀ ਚਾਰੇ ਪੈਰ ਉੱਪਰ ਨੂੰ ਕਰਕੇ ਬਾਊ ਜੀ ਦੇ ਪੈਰਾਂ 'ਚ ਵਿਛ ਗਿਆ। ਉਹ ਮੋਹ ਭਿੱਜੀਆਂ ਅੱਖਾਂ ਨਾਲ ਵੇਖ ਰਿਹਾ ਸੀ ਤੇ ਉਹਦੀ ਪੂਛ ਤੇਜ਼-ਤੇਜ਼ ਹਿੱਲ ਰਹੀ ਸੀ। ਉਹ ਟੇਢਾ ਹੋਇਆ ਤਾਂ ਉਹਦੀ ਨਜ਼ਰ ਨੇੜੇ ਹੀ ਰੱਖੇ ਹੋਏ ਅਖਬਾਰ ਤੇ ਪੈ ਗਈ। ਉਹਨੂੰ ਸੁੰਘਣ ਲੱਗਿਆ। ਬਾਊ ਜੀ ਉਹਦਾ ਸਿਰ ਖੁਰਕਦੇ ਬੋਲੇ, ਬੱਲੇ ਬਈ, ਹੁਣ ਮੇਰੇ ਮੋਤੀ ਰਾਜੇ ਨੇ ਅਖਬਾਰ ਪੜ੍ਹਨਾ ਹੈ, ਪੜ੍ਹਾਕੂ ਬਣ ਜਾਏਗਾ ਤੂੰ ਤਾਂ। ਅਖਬਾਰ ਪੜ੍ਹ ਕੇ ਮੇਰਾ ਮੋਤੀ ਬੇਟਾ ਹੋਰ ਵੀ ਸਿਆਣਾ ਹੋ ਜਾਊ। ਬ੍ਰੈਡ ਆਮਲੇਟ ਦੀ ਜਗਾਲੀ ਕਰਦਿਆਂ ਤੇ ਦਫ਼ਤਰ ਵਾਲਾ ਬੈਗ ਫਰੋਲ ਕੇ ਬੰਦ ਕਰਦਿਆਂ ਪੁੱਤਰ ਨੇ ਅੰਦਰਲੀ ਜ਼ਹਿਰ ਬਾਹਰ ਕੱਢੀ। ਬੇਟੇ ਨੂੰ ਬੇਟਾ ਭਾਵੇਂ ਨਾ ਕਹੋ, ਕੁੱਤੇ ਨੂੰ ਬੇਟਾ ਜ਼ਰੂਰ ਕਹੋ। ਪੋਤੇ ਪੋਤੀ ਨੇ ਅੱਧ ਖਾਧਾ ਜੂਠਾ ਨਾਸ਼ਤਾ ਕੱਲ੍ਹ ਦੇ ਅਖਬਾਰ ਦੇ ਵਰਕਿਆਂ ਵਿੱਚ ਵਲੇਟ ਕੇ ਬੈਗਾਂ 'ਚ ਥੁੰਨਿਆ ਤੇ ਸਕੂਲ ਲਈ ਭੱਜਦਿਆਂ ਇਕੱਠੇ ਬੋਲੇ, ਹੋਮਵਰਕ ਕਰਵਾਉਣ ਲਈ ਕਹੀਏ ਤਾਂ ਆਖਦੇ ਨੇ ਨਵੀਆਂ ਕਿਤਾਬਾਂ ਮੈਨੂੰ ਆਉਂਦੀਆਂ ਨਹੀਂ, ਡੌਗੀ ਨੂੰ ਅਖਬਾਰ ਪੜ੍ਹਨਾ ਸਿਖਾਉਣਗੇ। ਪਰਸ ਚੁੱਕ ਰਹੀ ਨੂੰਹ ਨੇ ਗੱਲ ਨੂੰ ਸਿਰੇ ਤੇ ਪਹੁੰਚਾਇਆ। ਮੋਤੀ ਨਾਲ ਪ੍ਰੇਮ ਨਾਟਕ ਖੇਡਣ ਨੂੰ ਹੁਣ ਸਾਰਾ ਦਿਨ ਤੁਹਾਡਾ ਹੀ ਹੈ ਬਾਊ ਜੀ। ਇੱਕ ਮਿੰਟ ਮੇਰੀ ਗੱਲ ਸੁਣ ਲਓ। ਅੱਜ ਤੁਹਾਡਾ ਨਾਸ਼ਤਾ ਨਹੀਂ ਬਣਾਇਆ ਗਿਆ। ਦੁਪਹਿਰ ਲਈ ਤੁਹਾਡੇ ਤੇ ਮੋਤੀ ਦੇ ਫੁਲਕੇ ਵੀ ਨਹੀਂ ਲਾਏ ਗਏ। ਬ੍ਰੈਡ ਪਈ ਹੈ, ਨਾਸ਼ਤੇ 'ਚ ਉਹਦੇ ਨਾਲ ਇੱਕ ਆਂਡਾ ਲੈ ਲੈਣਾ। ਬੱਚਿਆਂ ਦੇ ਦੁਪਹਿਰ ਦੇ ਫੁਲਕੇ ਕਾਹਲੀ ਕਾਹਲੀ ਲਾ ਦਿੱਤੇ ਨੇ ਤੇ ਡੱਬੇ 'ਚ ਸਾਂਭ ਦਿੱਤੇ ਨੇ। ਸਬਜ਼ੀ ਫਰਿੱਜ 'ਚ ਰੱਖੀ ਪਈ ਹੈ। ਦੁਪਹਿਰ ਵੇਲੇ ਬੱਚਿਆਂ ਵਾਸਤੇ ਛੱਡ ਕੇ ਥੋੜ੍ਹੀ ਜਿਹੀ ਸਬਜ਼ੀ ਤੁਸੀਂ ਬ੍ਰੈਡ ਨਾਲ ਲੈ ਲੈਣੀ। ਬਾਊ ਜੀ ਨੂੰ ਗੁੱਸਾ ਆਉਣਾ ਚਾਹੀਦਾ ਸੀ ਪਰ ਆਇਆ ਨਹੀਂ, ਸਗੋਂ ਮਨ ਹੀ ਮਨ ਸਭਨਾਂ ਉੱਤੇ ਬਹੁਤ ਤਰਸ ਆਇਆ। ਦਿਲ ਕੀਤਾ ਕਿ ਕਹਿਣ, ਹੁਣ ਤੁਸੀਂ ਸਾਰੇ ਇੰਨੇ ਨਿੱਘਰ ਗਏ ਹੋ, ਕੋਈ ਕੁੱਤੇ ਨੂੰ ਆਪਣਾ ਸ਼ਰੀਕ ਸਮਝਣ ਲੱਗ ਪਏ ਹੋ, ਪਰ ਕਿਹਾ ਨਹੀਂ। ਉਹਨਾਂ ਨੇ ਪੁੱਤਰ ਦੀ ਗੱਲ ਦਾ ਕੋਈ ਉੱਤਰ ਨਹੀਂ ਦਿੱਤਾ। ਪੋਤੇ ਪੋਤੀ ਦੀ ਗੱਲ ਸੁਣ ਕੇ ਉਹ ਚੁੱਪ ਰਹੇ। ਪਰ ਨੂੰਹ ਦਾ ਹੁੰਗਾਰਾ ਤਾਂ ਭਰਨਾ ਹੀ ਪੈਣਾ ਸੀ, ਨਹੀਂ ਤਾਂ ਉਹਨੇ ਕਹਿਣਾ ਸੀ ਮੇਰੀ ਗੱਲ ਵੱਲ ਜਾਣ ਕੇ ਧਿਆਨ ਨਹੀਂ ਦਿੰਦੇ। ਉਹ ਬੋਲੇ, ਮੈਂ ਸਮਝ ਗਿਆ ਬੇਟੀ, ਮੈਂ ਸਭ ਕੁਝ ਸਮਝ ਗਿਆ। ਇਹੋ ਤਾਂ ਤੁਹਾਡੀ ਸਿਫਤ ਹੈ ਬਾਊ ਜੀ, ਤੁਸੀਂ ਕਿਹਾ ਤਾਂ ਕੀ, ਅਣਕਿਹਾ ਵੀ ਸਮਝ ਆਉਂਦੇ ਹੋ। ਨੂੰਹ ਨੇ ਵਿਅੰਗ ਬਾਣ ਚਲਾਇਆ। ਹੁਣ ਇੱਕ ਗੱਲ ਹੋਰ ਵੀ ਸੁਣ ਸਮਝ ਲਓ। ਕੰਮ ਵਾਲੀ ਨੂੰ ਕਹਿਣਾ ਕਿ ਗੈਸ ਚੰਗੀ ਤਰ੍ਹਾਂ ਸਾਫ਼ ਕਰ ਦੇ, ਕਈ ਦਿਨਾਂ ਤੇ ਉਹਨੇ ਕੱਪੜਾ ਨਹੀਂ ਮਾਰਿਆ। ਇਹ ਵੀ ਸਮਝ ਗਿਆ ਬੇਟੀ, ਬਾਊ ਜੀ ਨੇ ਠਰਮੇ ਨਾਲ ਉੱਤਰ ਦਿੱਤਾ। ਨੂੰਹ ਦੇ ਜਾਣ ਮਗਰੋਂ ਬਾਹਰਲੀ ਕੁੰਡੀ ਬੰਦ ਕਰਕੇ ਬਾਊ ਜੀ ਨੇ ਕੁਰਸੀ ਦੀ ਪਿੱਠ ਤੇ ਸਿਰ ਸੁੱਟਿਆ, ਅੱਖਾਂ ਬੰਦ ਕਰ ਲਈਆਂ। ਸਵੇਰੇ ਸਵੇਰੇ ਘਰ 'ਚ ਪਈ ਰਹੀ ਸਾਰਿਆਂ ਦੀ ਭਾਜੜ ਦਾ ਥਕੇਵਾਂ ਜਿਵੇਂ ਉਹਨਾਂ ਇਕੱਲਿਆਂ ਦੇ ਅੰਗ ਅੰਗ 'ਚ ਉਤਰ ਆਇਆ ਸੀ। ਮੋਤੀ ਉਹਨਾਂ ਦੇ ਪੈਰਾਂ ਤੇ ਪੰਜੇ ਰੱਖ ਕੇ ਬੈਠ ਗਿਆ। ਕੁਝ ਸਮੇਂ ਲਈ ਇਸ ਤਰ੍ਹਾਂ ਬੈਠੇ ਰਹਿਣ ਮਗਰੋਂ ਹੰਭਲਾ ਮਾਰ ਕੇ ਉੱਠੇ ਤੇ ਬੋਲੇ, ਚੱਲ ਬਈ ਮੋਤੀ, ਆਪਾਂ ਵੀ ਨਾਸ਼ਤਾ ਕਰੀਏ। ਮੋਤੀ ਛਾਲ ਮਾਰ ਕੇ ਖੜਾ ਹੋ ਗਿਆ। ਬਾਊ ਜੀ ਨੇ ਦੁੱਧ ਵਾਲੀ ਦੇਗਚੀ ਫਰਿੱਜ 'ਚੋਂ ਕੱਢੀ। ਮੋਤੀ ਰਸੋਈ ਦੇ ਬੂਹੇ ਅੱਗੇ ਬੈਠ ਗਿਆ। ਗੈਸ ਦੇ ਇੱਕ ਚੁੱਲ੍ਹੇ ਉੱਤੇ ਆਂਡਾ ਉਬਲਣਾ ਰੱਖ ਕੇ ਬਾਊ ਜੀ ਨੇ ਦੂਜੇ ਚੁੱਲ੍ਹੇ 'ਤੇ ਪਿਆਲੀ ਕੁ ਦੁੱਧ ਦੀ ਠਾਰ ਭੰਨੀ ਤੇ ਡਬਲ ਰੋਟੀ ਦੇ ਟੁਕੜੇ ਮੋਤੀ ਦੇ ਕਟੋਰੇ 'ਚ ਭਿਉਂ ਦਿੱਤੇ। ਮੋਤੀ ਨੇ ਕਟੋਰੇ ਨੂੰ ਦੇਖਿਆ, ਸੁੰਘਿਆ, ਭੁੱਖ ਨਾਲ ਲਲਚਾ ਕੇ ਬੁੱਲ੍ਹਾਂ ਤੇ ਜੀਭ ਫੇਰੀ ਤੇ ਪਰਤ ਕੇ ਰਸੋਈ ਦੇ ਬੂਹੇ ਅੱਗੇ ਆ ਬੈਠਾ। ਤੂੰ ਤਾਂ ਖਾ, ਮੈਂ ਚਾਹ ਉਬਾਲ ਲਵਾਂ। ਬਾਊ ਜੀ ਨੇ ਮੋਤੀ ਦੇ ਕਟੋਰੇ ਵੱਲ ਇਸ਼ਾਰਾ ਕੀਤਾ। ਮੋਤੀ ਨੇ ਉੱਧਰ ਦੇਖ ਕੇ ਆਊ ਕਿਹਾ ਤੇ ਬੈਠਾ ਰਿਹਾ। ਅੱਛਾ, ਮੇਰੇ ਨਾਲ ਖਾਏਗਾ? ਚੰਗਾ ਭਈ, ਤੇਰੀ ਮਰਜ਼ੀ। ਬਾਊ ਜੀ ਪ੍ਰਸੰਨ ਹੋ ਗਏ। ਉਹਨਾਂ ਦੇ ਪਿਆਲੇ 'ਚ ਚਾਹ ਪੁਣੀ ਤੇ ਪਲੇਟ 'ਚ ਆਂਡਾ ਤੇ ਬ੍ਰੈਡ ਸਲਾਈਸ ਰੱਖੇ। ਸਭ ਕੁਝ ਮੇਜ਼ 'ਤੇ ਰੱਖ ਕੇ ਉਹਨਾਂ ਨੇ ਮੋਤੀ ਦਾ ਕਟੋਰਾ ਵੀ ਮੇਜ਼ ਕੋਲ ਰੱਖ ਲਿਆ। ਹੱਥ ਧੋ ਕੇ ਕੁਰਸੀ 'ਤੇ ਆ ਬੈਠੇ। ਬ੍ਰੈਡ ਦੀ ਬੁਰਕੀ ਲੈ ਕੇ ਚਾਹ ਦੀ ਘੁੱਟ ਭਰੀ। ਮੋਤੀ ਦੁੱਧ ਭਿੱਜੀ ਬ੍ਰੈਡ ਖਾਣ ਲੱਗਿਆ। ਨਾਲੋਂ ਨਾਲ ਬਾਊ ਜੀ ਪੌਣੇ ਨਾਲ ਫੜ ਕੇ ਗਰਮ ਆਂਡਾ ਛਿੱਲਣ ਲੱਗੇ। ਮੋਤੀ ਨੇ ਅੰਡੇ ਵੱਲ ਦੇਖਿਆ, ਬੁੱਲ੍ਹਾਂ ਤੇ ਜੀਭ ਫੇਰੀ। ਬਾਊ ਜੀ ਹੱਸੇ। ਘਬਰਾ ਨਾ, ਅੱਧਾ ਤੇਰਾ ਅੱਧਾ ਮੇਰਾ। ਉਹਨਾਂ ਨੇ ਚਾਕੂ ਲੈ ਕੇ ਅੰਡੇ ਨੂੰ 2 ਹਿੱਸਿਆਂ 'ਚ ਵੰਡਿਆ। ਧਿਆਨ ਨਾਲ ਦੇਖਿਆ। ਇੱਕ ਹਿੱਸਾ ਦੂਜੇ ਨਾਲੋਂ ਥੋੜ੍ਹਾ ਜਿਹਾ ਵੱਡਾ ਸੀ। ਠੰਡਾ ਕਰਨ ਲਈ ਵੱਡੇ ਹਿੱਸੇ ਦੇ ਟੁਕੜੇ ਕਰਦਿਆਂ ਉਹਨਾਂ ਨੇ ਮੋਤੀ ਨੂੰ ਕਿਹਾ, ਲੈ ਵੀ ਇਹ ਤੇਰਾ।
ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ, ਮਿੱਤਰ ਉਹ ਜੋ ਗੰਨਾ ਵੰਡਣ ਲੱਗਿਆ ਜੜ ਵਾਲਾ ਪਾਸਾ ਦੂਜੇ ਨੂੰ ਦੇ ਦੇ। ਨਾਸ਼ਤਾ ਕਰਕੇ ਬਾਊ ਜੀ ਅਖਬਾਰ ਪੜ੍ਹਨ ਲੱਗੇ। ਮੋਤੀ ਉਹਨਾਂ ਦੇ ਪੈਰਾਂ ਕੋਲ ਉਂਘਣ ਲੱਗਿਆ। ਬਾਊ ਜੀ ਨੇ ਆਖਰੀ ਪੰਨਾ ਪਲਟਿਆ ਤਾਂ ਬਾਹਰਲੀ ਘੰਟੀ ਵੱਜੀ। ਕੰਮ ਵਾਲੀ ਆ ਗਈ ਸੀ। ਬਾਊ ਜੀ ਨੇ ਬੂਹਾ ਖੋਲ੍ਹਿਆ। ਮੋਤੀ ਨੂੰ ਕਮਰੇ 'ਚ ਜਾ ਕੇ ਪੈਣ ਲਈ ਆਖਿਆ। ਆਪ ਨਹਾਉਣ ਜਾ ਲੱਗੇ। ਉਹ ਗੁਸਲਖਾਨੇ 'ਚੋਂ ਨਿਕਲੇ। ਕੰਮ ਵਾਲੀ ਭਾਂਡੇ ਧੋ ਮਾਂਜ ਕੇ ਝਾੜੂ ਬੁਹਾਰੀ ਕਰਕੇ ਫਰਸ਼ 'ਤੇ ਪੋਚਾ ਮਾਰ ਰਹੀ ਸੀ। ਮੋਤੀ ਉਹਨਾਂ ਦੀ ਮੰਜੀ ਹੇਠ ਹੱਥ ਸੁੱਤਾ ਪਿਆ ਸੀ। ਕੰਮ ਵਾਲੀ ਨੇ ਕੰਮ ਮੁਕਾ ਕੇ ਹੱਥ ਧੋਤੇ ਬੋਲੀ, ਅੱਛਾ ਬਾਊ ਜੀ ਮੈਂ ਜਾ ਰਹੀ ਹੂੰ। ਬਾਊ ਜੀ ਬਾਹਰਲੀ ਕੁੰਡੀ ਲਾ ਕੇ ਆਪਣੇ ਕਮਰੇ 'ਚ ਜਾ ਪਏ। ਮੋਤੀ ਹੌਲੇ ਜਿਹੇ ਉਹਨਾਂ ਦੇ ਮੰਜੀ ਹੇਠੋਂ ਉੱਠਿਆ। ਬਾਊ ਜੀ ਦੇ ਜੁੱਤਿਆਂ ਉੱਤੇ ਬੁੱਥੀ ਰੱਖ ਕੇ ਅੱਖਾਂ ਮੀਟ ਲਈਆਂ। ਬਾਊ ਜੀ ਨੇ ਪਾਸਾ ਪਰਤਿਆ। ਮੋਤੀ ਦੇ ਪਿੰਡੇ ਨੂੰ ਪਲੋਸਣ ਲੱਗੇ। ਧੀਮੇ ਧੀਮੇ ਨਾਲੋਂ ਨਾਲ ਤੁਰਦੇ ਉਹ ਦੋਵੇਂ ਨੀਂਦ ਦੀ ਵਾਦੀ 'ਚ ਪ੍ਰਵੇਸ਼ ਕਰ ਗਏ। ਬਾਊ ਜੀ ਦੀ ਨੀਂਦ ਖੁੱਲ੍ਹੀ ਤਾਂ ਨਾਲ ਹੀ ਮੋਤੀ ਉੱਠ ਖਲੋਤਾ। ਬੱਚਿਆਂ ਦੇ ਸਕੂਲੋਂ ਆਉਣ 'ਚ ਅੱਧਾ ਘੰਟਾ ਰਹਿ ਗਿਆ ਸੀ। ਬਾਊ ਜੀ ਨੇ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ। ਮੋਤੀ ਅੰਦਰੋਂ ਆਪਣੀ ਰੱਸੀ ਲੈ ਆਇਆ। ਉਹਨਾਂ ਨੇ ਪਿਛਲੀ ਗਲੀ 'ਚ ਉਹਨੂੰ ਚੱਕਰ ਲਵਾਏ। ਮੋਤੀ ਰੱਸੀ ਨੂੰ ਕਮਰੇ 'ਚ ਰੱਖਣ ਚਲਾ ਗਿਆ ਤੇ ਉਹਨਾਂ ਨੇ ਬੱਚਿਆਂ ਦੇ ਆਉਣ ਦੀ ਉਡੀਕ 'ਚ ਬਾਹਰਲੀ ਕੁੰਡੀ ਖੋਲ੍ਹ ਦਿੱਤੀ। ਮੋਤੀ ਰੱਸੀ ਰੱਖ ਕੇ ਮੁੜਿਆ ਤਾਂ ਵਿਹੜੇ 'ਚ ਇੱਕ ਚਿੜੀ ਬੈਠੀ ਸੀ। ਮੋਤੀ ਲਪਕਿਆ ਪਰ ਚਿੜੀ ਉੱਡ ਗਈ। ਮੋਤੀ ਉਹਦੇ ਮਗਰ ਉੱਡਿਆ ਪਰ ਉਹਦੀ ਉਡਾਰੀ ਉੱਚੀ ਛਾਲ ਬਣ ਕੇ ਰਹਿ ਗਈ। ਉਹਨੇ ਬੇਵੱਸੀ ਨਾਲ ਖਾਲੀ ਅੰਬਰ ਵੱਲ ਦੇਖਿਆ। ਬਾਊ ਜੀ ਪੈਰਾਂ ਭਾਰ ਉਹਦੇ ਕੋਲ ਬੈਠ ਕੇ ਉਦਾਸ ਹਾਸੀ ਹੱਸੇ। ਹਾਂ ਪੁੱਤਰਾ, ਇਹੋ ਜ਼ਿੰਦਗੀ ਹੈ। ਮਨ ਉੱਡਣਾ ਲੋਚਦਾ ਪਰ ਉਹਦੀ ਸੀਮਾ ਕੇਵਲ ਇੱਕ ਟਪੂਸੀ ਹੁੰਦੀ ਹੈ। ਮੋਤੀ ਨੇ ਆਊ ਕਿਹਾ, ਜਿਵੇਂ ਉਹ ਗੂੜ ਗਿਆਨ ਉਹਨੂੰ ਸਮਝ ਨਾ ਆਇਆ ਹੋਵੇ ਤੇ ਉਹਨਾਂ ਦੇ ਸਾਹਮਣੇ ਉਹ ਹਿਜ਼ ਮਾਸਟਰਜ਼ ਵੌਇਸ ਵਾਲੇ ਕੁੱਤੇ ਵਾਂਗੇ ਉਹ ਨਿੱਠ ਕੇ ਬੈਠ ਗਿਆ, ਜਿਵੇਂ ਸਭ ਕੁਝ ਸਮਝਣਾ ਚਾਹੁੰਦਾ ਹੋਵੇ। ਬਾਊ ਜੀ ਬੋਲੇ, ਇੱਛਾ ਦੀ ਚਿੜੀ ਉੱਡ ਕੇ ਅੱਖੋਂ ਓਹਲੇ ਹੋ ਜਾਂਦੀ ਹੈ ਤੇ ਪਿੱਛੇ ਸੱਖਣਾ ਅੰਬਰ ਰਹਿ ਜਾਂਦਾ ਹੈ। ਮੋਤੀ ਨੇ ਫਿਰ ਆਊ ਕਿਹਾ, ਜਿਵੇਂ ਉਹ ਇਸ ਗੂੜ੍ਹੀ ਗੱਲ ਦੀ ਹੋਰ ਵਿਆਖਿਆ ਕਰਨ ਲਈ ਕਹਿ ਰਿਹਾ ਹੋਵੇ। ਗੱਲਾਂ ਵਿੱਚ ਬਾਊ ਜੀ ਨੂੰ ਧਿਆਨ ਹੀ ਨਾ ਰਿਹਾ ਕਿ ਬੱਚੇ ਕਦੋਂ ਕੋਲ ਆ ਖਲੋਤੇ ਸਨ। ਬਾਊ ਜੀ ਨੇ ਬੱਚਿਆਂ ਵੱਲ ਵੇਖਿਆ। ਉਹਨਾਂ ਨੂੰ ਤੇ ਮੋਤੀ ਨੂੰ ਇੱਕ ਦੂਜੇ ਦੇ ਸਾਹਮਣੇ ਬੈਠੇ ਦੇਖ ਕੇ ਉਹ ਤਾੜੀਆਂ ਮਾਰਨ ਲੱਗੇ। ਪੋਤੀ ਬੋਲਿਆ, ਜੀ ਬਾਊ ਜੀ ਤੇ ਡੌਗੀ ਗੱਲਾਂ ਕਰਦੇ ਨੇ। ਪੋਤਾ ਬੋਲਿਆ, ਆਪਣੇ ਘਰ 2 ਡੌਗੀ। ਬਾਊ ਜੀ ਨੇ ਕੁਝ ਕਹਿਣਾ ਚਾਹਿਆ ਤੇ ਸੰਗ 'ਚ ਜਿਵੇਂ ਸਵੇਰ ਨਾਲੋਂ ਵੀ ਵੱਡਾ ਕੁਝ ਫਸ ਗਿਆ। ਉਹਨਾਂ ਨੇ ਜ਼ੋਰ ਨਾਲ ਖੰਘੂਰਾ ਮਾਰਿਆ ਤੇ ਸਹਿਜ ਨਾਲ ਬੋਲੇ, ਨਹੀਂ ਬੇਟਾ, ਆਪਣੇ ਘਰ 2 ਬੰਦੇ। ਧੰਨਵਾਦ।